ਅਮੀ ਜੀ ਆਂਦੇ ਨੇ ਕੋਈ ਧੰਦਾ ਛੋਟਾ ਵੱਡਾ ਨਹੀਂ ਹੁੰਦਾ ਤੇ ਧੰਦੇ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਤੇ ਦੱਸੋ ਫਿਰ ਸਾਡੇ ਮਾਸ਼ਰੇ ਦਾ ਸਭ ਤੋਂ ਪੁਰਾਣਾ ਤੇ ਵਧੀਆ ਧੰਦਾ ਕੀ ਹੈ? ਨਹੀਂ ਜੀ, ਕੰਜਰਖਾਨਾ ਨਹੀਂ ਹੈ, ਮਿsogyny ਹੈ। ਔਰਤਾਂ ਨੂੰ ਜ਼ਲੀਲ ਕਰਨਾ, ਉਹਨਾਂ ਦੇ ਬਾਰੇ 'ਚ ਗੰਦੀਆਂ ਗੱਲਾਂ ਕਰਨਾ, ਉਹਨਾਂ ਤੇ ਹੱਥ ਚੁੱਕਣਾ, ਉਹਨਾਂ ਤੇ ਆਵਾਜ਼ੇ ਕੱਸਣਾ ਤੇ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ। ਅਸੀਂ ਜਮਾਂਦਰੂ ਮਿsogyny ਦਾ ਜ਼ਹਿਰ ਆਪਣੇ ਮੁੰਡਿਆਂ ਦੀ ਕੁੱਟੀ 'ਚ ਪਾ ਦਿੰਦੇ ਹਾਂ ਤਾਂ ਕਿ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਏ ਨਾ, ਨਾਲ ਨਾਲ ਜ਼ਹਿਰੀਲਾ ਹੁੰਦਾ ਜਾਏ ਤੇ ਕਿਸੇ ਵੀ ਸ਼ਰਮ ਦੇ ਬਗੈਰ ਮਿsogyny ਦਾ ਲੋਟਾ ਲੈ ਕੇ ਫਿਰਦਾ ਰਹੇ। ਤੇ ਜਿੱਥੇ ਉਹਨੂੰ ਕੋਈ ਜ਼ਨਾਨੀ ਨਜ਼ਰ ਆਏ ਨਾ, ਜਿਹਦੀ ਉਹਨੂੰ ਸ਼ਕਲ ਚੰਗੀ ਨਾ ਲੱਗੇ, ਜਿਹਦੀ ਗੱਲ ਦਾ ਉਹਦੇ ਕੋਲ ਜਵਾਬ ਨਾ ਹੋਵੇ ਜਾਂ ਉਂਝ ਹੀ ਉਹਦੇ ਕੋਲੋਂ ਖਿੜ ਖਾਂਦਾ ਹੋਵੇ, ਤੇ ਉਹ ਮਿsogyny ਦਾ ਲੋਟਾ ਉਹਦੇ ਉੱਤੇ ਸੁੱਟ ਦੇਵੇ ਤੇ ਸ਼ਰਮਿੰਦਾ ਵੀ ਨਾ ਹੋਵੇ। ਇਹਦੇ ਲਈ ਜ਼ਰੂਰੀ ਨਹੀਂ ਕਿ ਉਹ ਚੱਟਾ ਅਨਪੜ੍ਹ ਹੋਵੇ, ਉਹ ਟਾਟਸ ਦੇ ਸਕੂਲ ਦਾ ਪੜ੍ਹਿਆ ਹੋਏ ਜਾਂ ਆਕਸਫੋਰਡ ਦਾ ਪੜ੍ਹਿਆ ਹੋਏ। ਇਹ ਸਾਰੇ ਬੰਦੇ ਇਹੋ ਜਿਹਾ ਕੰਮ ਬੜੇ ਚੰਗੇ ਤਰੀਕੇ ਨਾਲ ਕਰਦੇ ਨੇ ਤੇ ਨਾਲੇ ਲੋਕੀ ਬੁਰਾ ਵੀ ਨਹੀਂ ਮਨਾਉਂਦੇ। ਚਾਰ ਬੰਦੇ ਉਹਨੂੰ ਆ ਕੇ ਇਹ ਨਹੀਂ ਆਂਦੇ ਕਿ ਫਿਟੇ ਮੂੰਹ ਤੇਰਾ ਹੋਏ ਕੀ ਕੰਮ ਕੀਤਾ, ਬਲਕਿ ਕੁਝ ਆ ਕੇ ਕਹਿੰਦੇ ਨੇ ਐ ਹੋਈ ਨਾ ਗੱਲ, ਕੀ ਠੋਕ ਕੇ ਕੰਮ ਕੀਤਾ, ਚਲੱਤਰ ਜ਼ਨਾਨੀ ਨੂੰ ਜਵਾਬ ਦਿੱਤਾ ਹੀ, ਅੱਗੇ ਲਾਤਾ, ਸ਼ਾਬਾਸ਼ ਜਣਿਆ। ਭਾਇਨ ਕਹਿਣਾ ਆਇਆ ਸੀ, ਇਹੋ ਜਿਹੀ ਬਾਜ਼ਾਰੀ ਕੰਮ, ਗਾਲਾਂ, ਗੰਦੀਆਂ ਹਰਕਤਾਂ ਕਰਨ ਦੇ ਨਾਲ ਤੁਸੀਂ ਸਰਟੀਫਾਈਡ ਪਾਗਲ ਤੇ ਮਸ਼ਹੂਰ ਹੋ ਸਕਦੇ ਹੋ, ਸਰਟੀਫਾਈਡ ਇਨਸਾਨ ਡਿਕਲੇਅਰ ਨਹੀਂ ਹੋ ਸਕਦੇ। ਸਾਡੇ ਮੀਡੀਆ ਨੇ ਵੀ ਮਿsogyny ਦਾ ਕੰਮ ਚੁੱਕ ਕੇ ਰੱਖਿਆ ਹੈ। ਇੱਕ ਤੋਂ ਇੱਕ ਚਵਲ ਥੀਮ ਵਾਲਾ ਡਰਾਮਾ ਦਿਨ ਦਿਹਾੜੇ ਹਰ ਚੈਨਲ ਤੇ ਲੱਗਾ ਹੈ, ਜਿਸ 'ਚ ਕੰਮ ਕਰਦੀ ਬੋਲਦੀ ਜ਼ਨਾਨੀ ਤਾਂ ਰੰਡੀ ਹੈ, ਮਗਰ ਰੋਂਦੀ ਝੰਡ ਖਾਂਦੀ ਜ਼ਨਾਨੀ ਨਸਲੀ ਹੈ। ਸ਼ਾਮ ਨੂੰ 7 ਤੋਂ 8 ਵਜੇ ਤੱਕ ਸਹਾਫਤੀ ਫਨਕਾਰ ਵੀ ਆਪਣੀ ਆਪਣੀ ਦੁਕਾਨ ਲਾ ਕੇ ਬਹਿ ਜਾਂਦੇ ਨੇ। ਔਰ ਇਸ ਦੁਕਾਨ 'ਚ ਇੱਕ ਦੁਕਾਨ ਜੀਓ ਚੈਨਲ ਤੇ ਵੀ ਲੱਗਦੀ ਹੈ, ਜਿਸ 'ਚ ਬਹੁਤ ਵੱਡੇ ਜਨਾਬ ਸਾਡੇ ਸਹਾਫਤ ਦੇ ਅਲੰਬਰਦਾਰ ਨੇ, ਹਸਨ ਨਿਸਾਰ ਸਾਹਿਬ। ਹਸਨ ਨਿਸਾਰ ਸਾਹਿਬ ਵੱਡੀ ਉਮਰ ਦੇ ਨੇ ਔਰ ਵੱਡੀ ਉਮਰ ਦੀ ਵਜ੍ਹਾ ਤੋਂ ਹੁਣ ਉਹਨਾਂ ਦਾ ਦਿਮਾਗ ਤੇ ਜ਼ਬਾਨ ਆਪਸ 'ਚ ਮੇਚਾ ਨਹੀਂ ਖਾਂਦੀਆਂ। ਉਹਨਾਂ ਦਾ ਵਸ ਚਲੇ ਤੇ ਉਹ ਸਿਆਸਤ ਤੇ ਸਿਆਸਤਦਾਨਾਂ ਨੂੰ ਰੰਗ ਰੰਗ ਦੀ ਨੰਗੀ ਗਾਲ ਕੱਢਣ, ਇਮਰਾਨ ਖਾਨ ਦੀ ਸ਼ਾਨ 'ਚ ਅਸਮਾਨ ਨੂੰ ਜ਼ਮੀਨ ਤੇ ਲੈ ਆਣ, ਔਰ ਜਿਹੜਾ ਉਹਨਾਂ ਦੀ ਗੱਲ ਨਾ ਮੰਨੇ ਉਹਨੂੰ ਉਹ ਖਿੱਚ ਕੇ ਟੱਕਰ ਹੀ ਮਾਰ ਦੇਣ। ਕੱਲ ਜੀਓ ਚੈਨਲ ਦੇ ਪ੍ਰੋਗਰਾਮ ਰਿਪੋਰਟ ਕਾਰਡ 'ਚ ਇੱਕ ਵਾਰੀ ਫੇਰ ਉਹਨਾਂ ਨੇ ਐਸੇ ਬਦ ਤਹਿਜ਼ੀਬੀ ਦਾ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲੇ ਵੀ ਉਹ ਅਕਸਰ ਔਕਾਤ ਪੈਨਲਿਸਟ ਔਰ ਖਾਸ ਤੌਰ ਪਰ ਖਵਾਤੀਨ ਪੈਨਲਿਸਟ ਦੇ ਨਾਲ ਖਿੜਦੇ ਨਜ਼ਰ ਆਉਂਦੇ ਨੇ। ਕੱਲ ਦੇ ਪ੍ਰੋਗਰਾਮ 'ਚ ਪਹਿਲੇ ਤੇ ਉਹਨਾਂ ਨੇ ਜਨਾਬ ਖਾਤੂਨ ਐਂਕਰ ਨੇ ਜਿਹੜਾ ਸਵਾਲ ਕੀਤਾ ਸੀ, ਉਸ ਸਵਾਲ ਦੀ ਉਹਨਾਂ ਨੇ ਮੂੰਹ ਵਿੰਗਾ ਕਰ ਕਰਕੇ ਨਕਲਾਂ ਲਾਈਆਂ, ਅਸਤੀਫੇ ਦੇਂਗੇ ਕਿ ਨਹੀਂ ਦੇਂਗੇ, ਸਵਾਲ ਕੀ ਹੈ, ਅੱਗੇ ਚਲੋ। ਉਹ ਚੁੱਪ ਕੀਤੀ ਰਹੀ। ਅੱਗੇ ਜਨਾਬ ਜਦੋਂ ਉਹਨਾਂ ਨੇ ਰੀਮਾ ਉਮਰ ਸਾਹਿਬਾ ਨੇ ਆਪਣੇ ਸਵਾਲ ਦੇ ਜਵਾਬ ਦੇਣਾ ਸ਼ੁਰੂ ਕੀਤਾ ਤੇ ਜ਼ਾਹਿਰ ਹੈ ਉਹਦੀ ਸੋਚ ਹਸਨ ਨਿਸਾਰ ਦੀ ਸੋਚ ਤੋਂ ਫਰਕ ਸੀ। ਉਹਨਾਂ ਨੇ ਫੌਰਨ ਮਿsogyny ਦਾ ਲੋਟਾ ਕੱਢਿਆ ਤੇ ਉਹ ਲੋਟਾ ਰੀਮਾ ਤੇ ਪਾਤਾ। ਮਸਲਾ ਮੈਨੂੰ ਉਸ ਲੋਟਾ ਪਾਉਣ ਤੋਂ ਨਹੀਂ ਹੈ, ਮਸਲਾ ਮੈਨੂੰ ਇਸ ਤੋਂ ਹੈ ਕਿ ਉਹ ਜ਼ਨਾਨੀ ਐਂਕਰ ਜਿਹੜੀ ਮੌਜੂਦ ਸੀ ਉਹਨੂੰ ਕੋਈ ਸੂਲ ਨਾ ਪਿਆ। ਉਹ ਕਹਿੰਦੀ ਨਿਸਾਰ ਸਾਹਿਬ ਚੁੱਪ ਕਰ ਜਾਓ ਇੱਕ ਮਿੰਟ। ਪ੍ਰੋਡਿਊਸਰ ਨੂੰ ਕੋਈ ਭਰਤੂ ਨਹੀਂ ਪਿਆ ਕਿ ਇਹ ਕਿਹੋ ਜਿਹੀ ਗੱਲ ਹੋ ਗਈ ਹੈ, ਮਾਈਕ ਹੀ ਬੰਦ ਕਰਦੇ ਆ। ਤੇ ਚੈਨਲ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਇਹ ਪ੍ਰੋਗਰਾਮ ਔਨ 에ਅਰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਹਸਨ ਨਿਸਾਰ ਸਾਹਿਬ, ਤਾਂ ਸਿਰਫ ਮੈਂ ਇਹ ਕਹਿਣਾ ਸੀ, ਵਡੇਰੀ ਉਮਰ ਦੇ ਬੰਦੇ ਹੋ ਤੁਸੀਂ, ਪੋਤਰੇ ਦੋਤਰਿਆਂ ਵਾਲੇ। ਇਸ ਉਮਰੇ ਪੋਤਰੇ ਦੋਤਰਿਆਂ ਨੂੰ ਅਕਲ ਦੇਈਦੀ ਹੈ, ਨਾ ਕਿ ਪੋਤਰੇ ਤੋਤਰੇ ਤੇ ਮੁੰਡੇ ਕੁੜੀਆਂ ਲਈ ਸ਼ਰਮ ਦਾ ਬਾਇਸ ਬਣਿਆ ਜਾਵੇ। ਤੇ ਥੋੜਾ ਜਿਹਾ ਉਮਰ ਦਾ ਹੋਰ ਖਿਆਲ ਕਰ ਲਓ, ਕਿਤੇ ਇਹ ਨਾ ਹੋਵੇ ਤੁਹਾਡਾ ਨਾਂ ਹਸਨ ਨਿਸਾਰ ਦੀ ਬਜਾਏ ਟੱਲੀ ਸਰਕਾਰ ਪੈ ਜਾਏ। ਅੱਗੇ ਤੁਸੀਂ ਬਿਹਤਰ ਜਾਣਦੇ ਹੋ। ਦੂਸਰਾ ਸਵਾਲ ਮੇਰਾ ਜੀਓ ਚੈਨਲ ਕੋਲੋਂ। ਜਨਾਬੇ ਵਾਲਾ, ਉਹ ਤੁਹਾਡਾ ਮਿਸਟਰ ਜੀਮ ਆਂਦਾ, ਉਹ ਨੱਚ ਨੱਚ ਕੇ ਸਾਨੂੰ ਦੱਸਦਾ ਰਹਿੰਦਾ ਹੈ, सच और झूठ में फर्क जान के जियो, असूल के साथ जियो, ये करो वो करो। तो ये कल जड़ा तुसी काम कीता है, ये तुसी असूल वाला काम कीता है, ये पाकिस्तान दे सब ते बड़े टेलीविजन नेटवर्क नू सूट करता है। ये काम ते तुसी 2 रुपए वाले पकौड़ा चूस अखबार वाला कीता है। ਤੇ ਇਹਦੇ ਬਾਅਦ ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਇੱਕ ਕੰਮ ਹੋਰ ਕਰੋ, ਮਿਸਟਰ ਜੀਮ ਕੋਲੋਂ ਇੱਕ ਹੋਰ ਆਈਟਮ ਨੰਬਰ ਕਰਾ ਲਓ ਜਿਹੜਾ ਨੱਚ ਨੱਚ ਕੇ ਆਖੇ ਮਿsogyny ਕਰਕੇ ਜਿਓ।
ਤਾਂ ਕਿ ਸਾਰਿਆਂ ਨੂੰ ਪਤਾ ਚੱਲ ਜਾਏ ਕਿ ਤੁਹਾਡੇ ਕੋਲੋਂ ਕੀ ਐਕਸਪੈਕਟ ਕਰਨਾ ਹੈ। ਠੀਕ ਹੈ, ਤੁਸੀਂ ਮਿਸੋਜਨੀ ਤੇ ਕੋਈ ਤਗੜਾ ਸਟੈਂਡ ਨਹੀਂ ਲੈ ਸਕਦੇ, ਮਗਰ ਇਸ ਤੋਂ ਪਹਿਲੇ ਤੁਸੀਂ ਲਏ ਵੀ ਨੇ। ਉਹ ਇੱਕ 12ਵੇਂ ਖਿਲਾੜੀ ਤੇ ਇੱਕ ਉਹ 2 ਟਕੇ ਵਾਲੇ ਮੁਸੰਨਫ ਦੇ ਨਾਲ। ਤੇ ਨਿਸਾਰ ਸਾਹਿਬ ਕੋਲ ਜਿਵੇਂ ਅਸਦ ਸਤੂਰ ਪੁੱਛਦਾ ਹੈ, ਮੈਂ ਵੀ ਪੁੱਛਣੀ ਹੈ, ਨਿਸਾਰ ਸਾਹਿਬ ਕਿਹੜੀ ਪਰਚੀ ਹੈ ਕਿ ਤੁਸੀਂ ਇਹਨਾਂ ਦੇ ਮਾਈਕ ਹੀ ਨਹੀਂ ਬੰਦ ਕਰ ਸਕਦੇ? ਇਹਨਾਂ ਨੂੰ ਤੁਸੀਂ ਇਜਾਜ਼ਤ ਦੇ ਰਹੇ ਹੋ ਕਿ ਜੋ ਮਰਜ਼ੀ ਬੋਲਦੇ ਜਾਣ। ਉਸ ਪ੍ਰੋਗਰਾਮ 'ਚ ਦੋ ਹੋਰ ਵੀ ਜਣੇ ਬੈਠੇ ਸਨ, ਮੁਨੀਬ ਫਾਰੂਕ ਔਰ ਰਸੂਲ ਬਖਸ਼ ਰਈਸ ਸਾਹਿਬ। ਦੋਨੋਂ ਬਹੁਤ ਵੱਡਾ ਨਾਂ ਹੈ, ਮਗਰ ਕੱਲ ਸ਼ਾਇਦ ਘਰੋਂ ਗੋਂਦ ਵਾਲੇ ਲੱਡੂ ਖਾ ਕੇ ਆਏ ਸਨ। ਦੋਵਾਂ ਦੇ ਮੂੰਹ 'ਚੋਂ ਇਹ ਸਾਰੇ ਕੰਮ 'ਚ ਸੀ ਵੀ ਨਹੀਂ ਨਿਕਲੀ। ਦੋਵਾਂ ਦੀ ਖਿਦਮਤ 'ਚ ਅਰਜ਼ ਹੈ। ਵੱਡੇ ਆਂਦੇ ਨੇ ਜਿਹੜੀ ਚੰਡ ਟਾਈਮ ਤੇ ਨਾ ਮਾਰੀ ਜਾਏ, ਉਹ ਬਾਅਦ 'ਚ ਆਪਣੇ ਮੂੰਹ ਤੇ ਮਾਰਨੀ ਪੈ ਜਾਂਦੀ ਹੈ। ਐਵੇਂ ਕਹਿਣਾ ਸੀ, ਅੱਗੇ ਤੁਹਾਡੀ ਮਰਜ਼ੀ। ਸ਼੍ਰੀ ਮਜ਼ਾਰੀ ਸਾਹਿਬ ਆਂਦੇ ਨੇ, ਮੇਰੀ ਇੱਜ਼ਤ ਇਸ ਮਾਰੇ ਨਾ ਕਰੋ ਮੈਂ ਕਿਸੇ ਦੀ ਮਾਂ ਹੈ, ਭੈਣ ਹੈ, ਬੁੱਢੀ ਹੈ। ਮੇਰੀ ਇੱਜ਼ਤ ਇਸ ਮਾਰੇ ਕਰੋ ਕਿ ਮੈਂ ਬਰਾਬਰ ਦੀ ਇਨਸਾਨ ਹਾਂ। ਇਹ ਗੱਲ ਹੁਣ ਆਮ ਆਦਮੀ ਨੂੰ ਸਮਝ ਆ ਰਹੀ ਹੈ। ਇਹ ਗੱਲ ਸਿਰਫ ਟੱਲੀ ਸਰਕਾਰ ਔਰ ਟੱਲੀ ਸਰਕਾਰ ਜੈਸਾ ਜ਼ਿਹਨ ਰੱਖਣ ਵਾਲੇ ਲੋਕਾਂ ਨੂੰ ਸਮਝ ਨਹੀਂ ਆ ਰਹੀ। ਉਹਨਾਂ ਲਈ ਸਾਡੀ ਔਰਤਾਂ ਵੱਲੋਂ ਸਿਰਫ ਇੱਕ ਪੈਗਾਮ ਹੈ, ਬਸ।